ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਕੈਬਨਿਟ ਦੀ ਮੀਟਿੰਗ 18 ਮਈ ਨੂੰ ਸੱਦੀ ਗਈ ਹੈ। ਇਸ ਦੌਰਾਨ ਵੱਡੇ ਫੈਸਲੇ ਲਏ ਜਾ ਸਕਦੇ ਹਨ। ਇਹ ਮੀਟਿੰਗ ਬੁੱਧਵਾਰ ਨੂੰ ਸਵੇਰੇ 11 ਵਜੇ ਪੰਜਾਬ ਸਿਵਲ ਸਕੱਤਰੇਤ ਵਿਖੇ ਹੋਵੇਗੀ। ਇਸ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਅਵਸਥਾ ਨੂੰ ਲੈ ਕੇ ਵੀ ਸਰਕਾਰ ਵੱਲੋਂ ਰਣਨੀਤੀ ਘੜੀ ਜਾ ਸਕਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਸੂਬੇ ਵਿੱਚ ਬਿਜਲੀ ਚੋਰੀਆਂ ਤੇ ਸ਼ਿਕੰਜਾ ਕੱਸਿਆ ਹੈ। PSPCL ਵੱਲੋਂ ਬਿਜਲੀ ਚੋਰੀ ਕਰਨ ਦੇ ਜੁਰਮਾਨਾ ਵਸੂਲਣ ਵਾਲਿਆਂ ਵਿੱਚ ਧਾਰਮਿਕ ਡੇਰੇ ਅਤੇ ਪੁਲਿਸ ਵਾਲੇ ਵੀ ਸ਼ਾਮਿਲ ਹਨ। ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਵੱਡੇ ਪੱਧਰ ਤੇ ਬਿਜਲੀ ਚੋਰੀ ਹੋਣ ਕਾਰਨ PSPCL ਨੂੰ 1200 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਜੋ ਕਿ ਕੁੱਲ ਮਾਲੀਏ ਦਾ 25% ਬਣਦਾ ਹੈ। ਇੱਕ ਤਾਜ਼ਾ ਆਪਰੇਸ਼ਨ ਵਿੱਚ PSPCL ਇਨਫੋਰਸਮੈਂਟ ਵਿੰਗ ਨੇ ਤਰਨਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ ਵਿਖੇ ਧਾਰਮਿਕ ਡੇਰੇ ਵਿੱਚ ਬਿਜਲੀ ਚੋਰੀ ਦਾ ਪਤਾ ਲਗਾਇਆ। PSPCL ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਉੱਤੇ 22 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਪਟਿਆਲਾ ਵਿੱਚ ਇੱਕ ਪੁਲਿਸ ਅਧਿਕਾਰੀ ਨੂੰ ਜ਼ਮੀਨ 217 ਰਾਹੀਂ ਸਿੱਧੀ ਕੁੰਡੀ ਰਾਹੀਂ ਬਿਜਲੀ ਚੋਰੀ ਕਰਦਿਆਂ ਫੜਿਆ ਗਿਆ ਅਤੇ ਉਲੰਘਣਾ ਕਰਨ ਤੇ 55,000 ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਵਿੱਚ ਲਗਾਏ ਗਏ ਜਨਤਾ ਦਰਬਾਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੱਡਾ ਹਮਲਾ ਬੋਲਿਆ ਹੈ। ਸਿੱਧੂ ਨੇ ਕਿਹਾ ਕਿ ਜਨਤਾ ਦਰਬਾਰ ਤਾਂ ਹੀ ਸਫਲ ਹੋ ਸਕਦਾ ਹੈ ਜੇਕਰ ਤਹਿਸੀਲਾਂ ਤੇ ਸਬ ਤਹਿਸੀਲਾਂ ਵਿੱਚ ਵਿਧਾਇਕ ਸਮੇਤ ਸਰਕਾਰੀ ਅਧਿਕਾਰੀਆਂ ਦੀ ਸ਼ਮੂਲੀਅਤ ਹੋਵੇ। ਸੱਤਾ ਦਾ ਵਿਕੇਂਦਰੀਕਰਨ ਲੋਕਤੰਤਰ ਦਾ ਅਸਲ ਤੱਤ ਹੈ। ਇੱਕ ਵਿਅਕਤੀ 3 ਕਰੋੜ ਪੰਜਾਬੀਆਂ ਦੀਆਂ ਚਿੰਤਾਵਾਂ ਨੂੰ ਹੱਲ ਨਹੀਂ ਕਰ ਸਕਦਾ, ਪਰ ਇੱਕ ਸਮੂਹਿਕ ਕੇਂਦਰੀਕਰਨ ਯਤਨਾਂ ਨਾਲ ਅਜਿਹਾ ਕਰਨਾ ਸੰਭਵ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਲੋਕ ਆਪਣੇ ਮੁੱਦਿਆਂ ਨੂੰ ਇੱਕ ਵਿਅਕਤੀ ਵੱਲੋਂ ਹੱਲ ਕਰਨ ਲਈ ਘੰਟਿਆਂ ਦਾ ਸਫ਼ਰ ਕਿਉਂ ਕਰਨ, ਸਰਕਾਰ ਉਹਨਾਂ ਦੇ ਦਰਵਾਜ਼ੇ ਤੇ ਕਿਉਂ ਨਹੀਂ ਜਾਂਦੀ। ਇਸ ਨਾਲ ਸਮਾਂ ਅਤੇ ਊਰਜਾ ਦੀ ਬਚਤ ਹੋਵੇਗੀ। ਮਨੁੱਖੀ ਇੰਟਰਫੇਸ ਅਤੇ ਲੀਕੇਜ ਨੂੰ ਘਟਾਉਣ ਲਈ ਗਵਰਨੈਂਸ ਇੱਕ ਸ਼ਾਨਦਾਰ ਹੱਲ ਹੈ। ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਵਿਕਾਸ ਭਵਨ ਮੋਹਾਲੀ ਵਿਖੇ ਪੇਂਡੂ ਵਿਕਾਸ ਵਿਭਾਗ ਵਿੱਚ ਨਵ ਨਿਯੁਕਤ ਉਪ ਮੰਡਲ ਅਫਸਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਸਭ ਤੋਂ ਵੱਡੀ ਸਮੱਸਿਆ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਪੂਰੀ ਯਤਨਸ਼ੀਲ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਦੀ ਸਰਕਾਰ ਬਣਦਿਆਂ ਹੀ 26,000 ਤੋਂ ਵੱਧ ਸਰਕਾਰੀ ਨੌਕਰੀਆਂ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਾਰੇ ਵਿਭਾਗਾਂ ਦੀਆਂ ਖਾਲੀ ਅਸਾਮੀਆਂ ਦੇ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ ਅਤੇ ਜਲਦ ਹੀ ਸਰਕਾਰੀ ਨੌਕਰੀਆਂ ਲਈ ਹੋਰ ਵੱਡੇ ਪੱਧਰ ਤੇ ਭਰਤੀ ਕੀਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਤੇ ਅਰਵਿੰਦ ਕੇਜਰੀਵਾਲ ਤੇ ਨਿਸ਼ਾਨੇ ਸਾਧੇ ਹਨ। ਜਲਾਲਾਬਾਦ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਤੇ ਭਗਵੰਤ ਮਾਨ ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਬਹੁਤ ਸਾਰੇ ਝੂਠ ਬੋਲ ਕੇ ਪੰਜਾਬ ਦੇ ਲੋਕਾਂ ਤੋਂ ਵੋਟਾਂ ਹਾਸਿਲ ਕਰ ਸਰਕਾਰ ਬਣਾਈ ਹੈ। ਹੁਣ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ, 27 ਕਤਲ ਹੋ ਚੁੱਕੇ ਹਨ, 24 ਲੋਕ ਨਸ਼ੇ ਦੀ ਭੇਟ ਚੜ੍ਹ ਚੁੱਕੇ ਹਨ, ਇਹ ਬਹੁਤ ਹੀ ਦੁਖਦਾਈ ਹੈ। ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਨੂੰ ਸੱਤਾ ਵਿੱਚ ਆਏ ਅੱਜ ਪੂਰੇ 2 ਮਹੀਨਿਆਂ ਦਾ ਸਮਾਂ ਹੋ ਗਿਆ ਹੈ। 16 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਖਟਕੜ ਕਲਾਂ ਵਿਖੇ ਸਹੁੰ ਚੁੱਕੀ ਸੀ ਤੇ ਅੱਜ 2 ਮਹੀਨੇ ਪੂਰੇ ਹੋਣ ਮੌਕੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਸੂਬਾ ਸਰਕਾਰ ਵੱਲੋਂ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਆਮ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਰਹੇ ਹਨ ਤੇ ਉਹਨਾਂ ਦਾ ਮੌਕੇ ਤੇ ਹੀ ਨਿਪਟਾਰਾ ਕਰ ਰਹੇ ਹਨ। ਮੁੱਖ ਮੰਤਰੀ ਨੂੰ ਜ਼ਮੀਨਾਂ ਦੇ ਮਾਮਲੇ ਨੂੰ ਲੈ ਕੇ ਤਹਿਸੀਲਦਾਰ ਖਿਲਾਫ ਸ਼ਿਕਾਇਤ ਮਿਲੀ ਹੈ, ਜਿਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੌਕੇ ਤੇ ਹੀ 2 ਤਹਿਸੀਲਦਾਰਾਂ ਤੇ ਕਾਰਵਾਈ ਦੇ ਹੁਕਮ ਦੇ ਦਿੱਤੇ ਹਨ। ਜਿਹੜਾ ਵੀ ਕੋਈ ਟਰਾਂਸਪੋਰਟਰ ਜਾਂ ਕੋਈ ਗਲਤ ਕਰੇਗਾ, ਨਿਯਮਾਂ ਦੇ ਉਲਟ ਜਾਵੇਗਾ, ਉੱਤੇ ਬਣਦੀ ਕਾਨੂੰਨੀ ਕਾਰਵਾਈ ਕਰੇ, ਭਾਵੇਂ ਕੋਈ ਵੀ ਹੋਵੇ। ਪਾਰਟੀ ਵੱਡਾ ਦੇਖੋ, ਜਿਹੜੀ ਗੱਲ ਅੱਗੇ ਮੁਸ਼ਕਲ ਆਉਂਦੀ ਸੀ, ਲੋਕ ਕਹਿੰਦੇ ਵੀ ਨਿਊ ਦੀਪ ਵਾਲੇ ਆਰਟੀਓ ਦਫ਼ਤਰ ਹੀ ਪੱਕੇ ਰਹਿੰਦੇ ਆ। ਅਸੀਂ ਇੱਥੇ ਆਏ, ਵਾਕਈ ਉਹ ਆਰਟੀਓ ਦਫ਼ਤਰ ਇੱਥੇ ਪੱਕੇ ਹੀ ਬੈਠੇ, ਅਸੀਂ ਨਹੀਂ ਦੱਸਿਆ, ਉਹ ਆਪ ਹੀ ਬੈਠੇ ਆ। ਕਬਜ਼ਾ ਕੀਤਾ ਇਹਨਾਂ ਨੇ, ਰਵਾਇਤੀ ਪਾਰਟੀਆਂ ਨੇ ਕਬਜ਼ੇ ਕੀਤੇ ਨਾ ਆਰਟੀਓ ਦਫ਼ਤਰ ਤੇ, ਬੱਸ ਅੱਡਿਆਂ ਨੂੰ ਇਹਨਾਂ ਨੇ ਕਬਜ਼ੇ ਕੀਤੇ ਆ। ਹਰੇਕ ਚੀਜ਼ ਨੂੰ ਇਹਨਾਂ ਆਪਦੀ ਜ਼ਗੀਰ ਸਮਝਿਆ ਤੇ ਅੱਜ ਸਮਝਾ ਦਿੱਤਾ ਗਿਆ ਕਿ ਜੇ ਕੋਈ ਕੰਮਕਾਰ ਹੈ ਫੇਰ ਆਉਣਾ, ਨਜਾਇਜ਼ ਨਹੀਂ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ, ਤੇ ਜੇ ਕੋਈ ਤੰਗ परेशान करूँ फिर उससे पार्टी कानूनी कार्रवाई भी कराएंगे। कई जगह बुलडोजर चलाए जा रहे हैं और कहा जा रहा है कि अगले कई महीनों तक बुलडोजर चलाए जाएंगे। उन्हें वो कह रहे हैं कि हम दिल्ली से सारा अतिक्रमण हटाने जा रहे हैं, जितना भी एनक्रोचमेंट है, इलीगल कंस्ट्रक्शंस हैं, वो सारी हटाई जाएंगी। हम खुद भी अतिक्रमण के खिलाफ हैं। हम नहीं चाहते कि एनक्रोचमेंट्स होनी चाहिए, हम नहीं चाहते कि इलीगल बिल्डिंग्स बननी चाहिए। 2 चीज़ें इसमें इम्पॉर्टेंट हैं। एक ये कि पिछले 75 साल में दिल्ली जिस तरह से बना है,
दिल्ली प्लान्ड तरीके से नहीं बना। दिल्ली जिस तरह से दिल्ली का विस्तार हुआ, दिल्ली जिस तरह से बनी, 80% से ज़्यादा दिल्ली इलीगल या एनक्रोच्ड कही जा सकती है। 80% से ज़्यादा दिल्ली जो है वो अतिक्रमण के दायरे में आएगी। तो एक प्रश्न उठता है कि क्या 80% दिल्ली को तोड़ा जाएगा? दूसरी बात ये उठती है कि जिस तरीके से अतिक्रमण को हटाया जा रहा है, ना कोई कागज़ हैं, ना किसी को मौका दिया जा रहा, बुलडोज़र बस लेके किसी भी कॉलोनी में पहुंच जाते हैं और किसी का भी घर तोड़ने लग जाते हैं, किसी की भी दुकान तोड़ने लग जाते हैं। वो आदमी कागज़ लेके खड़ा है सड़क के ऊपर, चिल्ला रहा है, दया की भीख मांग रहा है कि मेरे कागज़ तो देख लो, मेरे पास हैं कागज़, मेरे पास हैं, मेरा जो ये है ये इलीगल नहीं है, ये इनक्रोच नहीं है, मैं कई 40 साल से यहाँ पे रह रहा हूँ, मेरे पास कागज़ भी हैं। कोई कागज़ नहीं देखे जा रहे, बस बुलडोज़र चलाया जा रहा है। ये तो सही नहीं है। जिस तरीके से हटाया जा रहा है हम उसके खिलाफ हैं, और जिस स्केल के ऊपर इन्होंने प्लानिंग कर रखी है, इनकी प्लानिंग है कि दिल्ली की सारी कच्ची कॉलोनियों को तोड़ा जाएगा। दिल्ली की कच्ची कॉलोनियों में लगभग 50 लाख लोग रहते हैं। इनकी प्लानिंग है कि दिल्ली की सारी झुग्गियों को तोड़ा जाएगा। दिल्ली की झुग्गियों में लगभग 10 लाख लोग रहते हैं। इसके अलावा 3 लाख प्रॉपर्टीज की ऐसी इन लोगों ने लिस्ट बना रखी है, जहां पे इनका कहना है किसी ने नक्शे के इतर, जिन लोगों ने, किसी ने बालकनी थोड़ी बना ली, किसी ने एक कमरा अलग बना लिया, किसी ने इस किस्म के सारे पार्टली उन एनक्रोचमेंट्स को तोड़ा जाएगा। 63 लाख लोगों पे बुलडोजर चलेंगे। मैं समझता हूं ये आज़ाद भारत का सबसे बड़ा विध्वंस होगा, सबसे बड़ा विध्वंस होगा। ये तो सही नहीं है। चुनाव के पहले भारतीय जनता पार्टी ने कहा था कि कच्ची कॉलोनियों के लोगों को मालिकाना हक दिलाया जाएगा। चुनाव के पहले इन्होंने कहा था जहां झुग्गी वहीं मकान बना के दिए जाएंगे, और अब चुनाव के बाद ये इनको सबको तोड़ने के लिए आ गए। ये तो सही नहीं है। मैं समझता हूं जिस तरह से दिल्ली का, हम भी, मैं फिर से दोहराना चाहता हूं कि हम भी अतिक्रमण के खिलाफ हैं। हम नहीं चाहते कि अतिक्रमण होना चाहिए। पहला तो आप महाराज का नाम लेके सीधी बिजाई करांगे। वाहिगुरु जी का खालसा, वाहिगुरु जी की फतेह। बाबा नानक अगे बहुत सहारा दिंदा, हुण भी ਤੁਹਾਡਾ सहारा देऊगा भी सीधी बिजाई च ਆਪਾਂ पानी बच जूगा। ਆਪਾਂ ਸਾਡੀ ਤਾਂ ਉਮਰ ਲੰਘ ਗਈ, ਆਉਣ ਵਾਲੇ ਬੱਚਿਆਂ ਦੀ ਪੀੜ੍ਹੀ ਵਾਸਤੇ ਪਾਣੀ ਬਚ ਜੂਗਾ। ਅਸੀਂ ਤਾਂ ਇਹੀ ਕਹਾਂਗੇ ਵੀ ਭਾਈ ਵੱਧ ਤੋਂ ਵੱਧ ਸਿੱਧੀ ਬਿਜਾਈ ਕਰੋ। ਜਿਹੜੇ ਗਵਰਨਮੈਂਟ ਦੇਊਗੀ ਉਹ ਤੁਹਾਨੂੰ ਅੱਡ ਰਹੂਗਾ, ਜਿਹੜੇ ਠੇਕੇ ਵਾਲੇ ਛੱਡਣਗੇ ਉਹ ਤੁਹਾਨੂੰ ਅੱਡ ਰਹੂਗਾ। 1100 ਰੁਪਇਆ ਪਰ ਕਿੱਲਾ। ਠੀਕ ਆ। ਚੂਹਿਆਂ ਬਾਰੇ ਦਵਾਈ ਦੇਤੀ ਵੀ ਚੂਹਿਆਂ ਦੀ ਦਵਾਈ ਪਾਓ, ਬਾਕੀ ਕੱਖਾਂ ਵਾਲੀ ਸਪਰੇਅ ਨਾਲ ਦੀ ਨਾਲ ਕਰਦੇ ਨੇ, ਹੋਰ ਕੋਈ ਪ੍ਰੋਬਲਮ ਨਹੀਂ ਆਉਣੀ। ਮਹਾਰਾਜ ਆਪੇ ਹੀ ਕਰੂਗਾ। ਉਹਨਾਂ ਤੋਂ ਸਿੱਧੀ ਬਿਜਾਈ ਕਰ ਰਹੇ ਹਾਂਗੇ ਤੇ ਝਾੜ ਵੀ ਮਤਲਬ ਤਕਰੀਬਨ ਅਸੀਂ 80-85 ਮਣ ਦਾ ਝਾੜ ਹੁੰਦਾ ਰਿਹਾ ਸਾਡੇ, ਤੇ ਪੀਲੀ ਊਸ਼ਾ ਤੇ 201 ਵਗੈਰਾ ਵੈਰਾਈਟੀਆਂ ਬੀਜਦੇ ਰਹਾਂਗੇ। ਤੇ ਬਾਕੀ ਕੱਖਾਂ ਦੀ ਦਿੱਕਤ ਬਾਰੇ ਦਵਾਈਆਂ ਸਾਰੀਆਂ ਕਾਰਗਰ ਨੇ ਜੀ। ਤੇ ਦਵਾਈਆਂ ਤੋਂ ਪਹਿਲਾਂ ਮਤਲਬ ਵੀ ਥੋੜਾ ਜਿਹਾ ਇੱਕ ਮਤਲਬ ਵੀ ਹੋਰ ਤਜਰਬਾ ਹੈਗਾ ਵੀ ਜਿਹੜੀ ਦਵਾਈ ਆਪਾਂ ਰੌਣੀ ਕਰ ਦਿਆਂਗੇ, ਰੌਣੀ ਦੂਰੀ ਹੋ ਜੇ ਜੀ, ਡਬਲ ਰੌਣੀ ਹੋ ਜੇ। ਮਤਲਬ ਇੱਕ ਰੌਣੀ ਆਪਾਂ ਕਰਤੀ, ਉਹਦੇ 'ਚ ਨਦੀਨ ਹਰੇ ਹੁੰਦੇ ਨੇ ਜੀ। ਨਦੀਨ ਹਰੇ ਹੋ ਗਏ ਜਦੋਂ ਦੂਜੀ ਰੌਣੀ ਕਰਤੀ ਜਦੋਂ ਉਹਦੇ 'ਚ ਸਾਰੇ ਤਕਰੀਬਨ ਨਦੀਨ ਹਰੇ ਹੋ ਜਾਂਦੇ ਨੇ ਜੀ। ਤੇ ਮਤਲਬ ਦਵਾਈਆਂ ਦੀ 0% 1% ਹੀ ਦਵਾਈਆਂ ਦੀ ਲੋੜ ਪੈਂਦੀ ਹੈ ਜੀ। ਕੱਖਾਂ ਦੀ ਦਿੱਕਤ ਹਰੇਕ ਜਿਹਨੂੰ ਮਰਜ਼ੀ ਪੁੱਛ ਲਓ ਜੀ, ਕੱਖਾਂ ਦੀ ਦਿੱਕਤ ਕਹਿ ਰਿਹਾ ਹਰੇਕ। ਕੱਖਾਂ ਦੀ ਦਿੱਕਤ 1% ਰਹਿੰਦੀ ਹੈ ਜੀ। ਤੁਸੀਂ ਆਪਾਂ ਦੂਰੀ ਮਤਲਬ ਆਪਣੇ ਸਚਾਈ ਮਤਲਬ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਪਿੰਡ ਸਤੌਜ ਵਿਖੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਮਤਲਬ ਦਿਸ਼ਾ ਨਿਰਦੇਸ਼ਾਂ ਤਹਿਤ ਮਤਲਬ ਸ਼ੁਰੂ ਕੀਤੀ ਆ। ਇਹਦੇ ਵਿੱਚ ਸਾਡੇ ਮਤਲਬ ਵੀ ਇਸ ਕੈਂਪ ਮਤਲਬ ਵੀ ਅਸੀਂ ਲਗਾ ਕੇ ਤੇ ਉਸ ਤੋਂ ਬਾਅਦ ਫੀਲਡ ਡੈਮੋਨਸਟ੍ਰੇਸ਼ਨ ਮਤਲਬ ਕਿਸਾਨਾਂ ਨੂੰ ਦੇ ਰਹੇ ਹਾਂ। ਇਸ ਦੇ ਵਿੱਚ ਸਾਨੂੰ ਬੜਾ ਹੀ ਮਤਲਬ ਹੌਸਲਾ ਮਿਲਿਆ ਜਦੋਂ ਮਾਤਾ ਹਰਪਾਲ ਕੌਰ ਜੀ ਸਾਡੇ ਨਾਲ ਆਏ ਨੇ ਤੇ ਉਹਨਾਂ ਨੇ ਸਾਨੂੰ ਉਤਸ਼ਾਹਿਤ ਕੀਤਾ ਤੇ ਕਿਸਾਨਾਂ ਨੂੰ ਵੀ ਇਹਦੇ ਬਾਰੇ ਜਿਹੜਾ ਹੈਗਾ ਗਿਆਨ ਦਿੱਤਾ ਤੇ ਇਹਨਾਂ ਨੂੰ ਪ੍ਰੇਰਿਤ ਕੀਤਾ ਕਿਸਾਨਾਂ ਨੂੰ। ਮੈਂ ਦੱਸਣਾ ਚਾਹੁੰਦਾ ਵੀ ਪਿਛਲੇ ਸਾਲ ਜਿਹੜਾ ਪੰਜਾਬ ਦੇ ਵਿੱਚ 6 ਲੱਖ ਹੈਕਟੇਅਰ ਰਕਬੇ ਦੇ ਵਿੱਚ ਮਤਲਬ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ, ਜਦਕਿ ਇਸ ਵਾਰ ਅਸੀਂ 12 ਲੱਖ ਹੈਕਟੇਅਰ ਰਕਬੇ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਟੀਚਾ ਮਿੱਥਿਆ ਗਿਆ। ਇਸ ਸਿੱਧੀ ਬਿਜਾਈ ਦੇ ਨਾਲ ਅੱਜ ਮਤਲਬ ਵੀ ਸਾਡੇ ਕੋਲ ਯੂਨੀਵਰਸਿਟੀ ਦੀ ਮਤਲਬ ਡਾਕਟਰ MS ਭੁੱਲਰ ਹੈਡ ਐਗਰੋਨਮੀ ਤੇ ਡਾਕਟਰ ਜਸਵੀਰ ਸਿੰਘ ਤੇ ਯੂਨੀਵਰਸਿਟੀ ਦੇ ਮਤਲਬ ਵੀ ਸਾਡੇ ਆਪਣੇ ਖੇਤੀ ਵਿਭਾਗ ਦੀ ਟੀਮਾਂ ਨੇ ਉਹ ਆਈਆਂ ਨੇ। ਉਹਨਾਂ ਨੇ ਕਿਸਾਨਾਂ ਨੂੰ ਜਾਣਕਾਰੀ ਵੀ ਦਿੱਤੀ। ਐਸਕੀ ਜੀ ਇਹ ਭਗਵੰਤ ਮਾਨ ਦੇ ਵਾਹਨ ਦੀ 3.5 ਕਿੱਲਿਆਂ ਦੀ ਸਿੱਧੀ ਬਿਜਾਈ ਕਰ ਰਹੇ ਹਾਂ ਜੀ ਅਸੀਂ।
ਅਸੀਂ ਮਾਨ ਸਾਹਿਬ ਨੂੰ ਕਹਿੰਦੇ ਹਾਂ ਜੀ ਵੀ ਵੱਧ ਤੋਂ ਵੱਧ ਅਸੀਂ ਇਹਦੀ ਬਿਜਾਈ ਕਰਾਂਗੇ ਜੀ, ਤੁਹਾਡਾ ਹੌਸਲਾ ਅਫਜ਼ਾਈ ਕਰਾਂਗੇ ਜੀ। ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਇੱਥੇ ਅੱਜ ਇੰਨੀ ਦੁਨੀਆ ਕੀਤੀ ਖੜੀ ਹੈ ਜੀ, ਇਹਦੇ ਵਿੱਚ ਨਹੀਂ ਪਤਾ ਕੌਣ ਕਿਸ ਤਰ੍ਹਾਂ ਦਾ ਬੰਦਾ ਵੀ ਕਿਹੜਾ ਰੱਬ ਮਿਲ ਜਾਵੇ ਇੱਥੇ ਜੀ। ਬਹੁਤ ਜ਼ਿਆਦਾ ਜੀ ਧੰਨਵਾਦ ਕਰਦੇ ਹਾਂ ਮਾਨ ਸਾਹਿਬ ਦਾ ਜੀ। ਸਿੱਧੀ ਬਿਜਾਈ ਕਰਾਂਗੇ ਜੀ ਅਸੀਂ, ਬਹੁਤ ਇਹਨੂੰ ਖੁਸ਼ੀ ਹੈ ਜੀ, ਵਧੀਆ ਤਰ੍ਹਾਂ ਤੇ ਕਰਾਂਗੇ। ਹਾਂ ਜੀ ਨਾ ਜੀ ਪਹਿਲਾਂ ਕਿਤੇ ਨਹੀਂ ਕੀਤੀ, ਪਹਿਲੀ ਵਾਰ ਕਰਾਂਗੇ ਜੀ। ਤੇ ਸਾਨੂੰ ਸਹਿਯੋਗ ਮਿਲੇ ਜੀ ਆਪਣਾ ਕਮੇਟੀਆਂ ਦਾ ਤੇ ਆਪਣਾ ਸਾਰੇ ਖੇਤੀਬਾੜੀ ਮਹਿਕਮੇ ਦਾ, ਅਸੀਂ ਬਹੁਤ ਜ਼ਿਆਦਾ ਧੰਨਵਾਦ ਨਾਲ ਕਰਾਂਗੇ ਜੀ, ਬਹੁਤ ਜ਼ਿਆਦਾ ਜ਼ੋਰ ਲਾਵਾਂਗੇ। ਨਹੀਂ ਭਾਵੇਂ 4 ਵਜੇ ਨਹੀਂ, ਪਰ ਜਿਹੜਾ ਸਵੇਰੇ 7 ਵਜੇ ਆ ਗਿਆ ਉਹਦਾ ਕੋਈ ਕਸੂਰ ਨਹੀਂ ਨਾ ਹੈਗਾ ਵੀ ਉਹਦੀ ਮੰਨ ਲਓ ਉਹਦੀ ਟਰਨ ਡੀਕਦਾ ਰਹੇ। ਜਿਹੜਾ ਪਹਿਲਾਂ ਆਉਂਦਾ ਵਾ ਉਹ ਕਈ ਵਾਰੀ ਗਾਹ ਲੰਘ ਜਾਂਦਾ। ਮੈਡਮ ਦੱਸ ਰਹੇ ਡਾਕਟਰ ਸਾਹਿਬ ਕਿ ਸਾਡੀ ਪ੍ਰੋਬਲਮ ਵੀ ਇੱਕ ਨੂੰ ਲੰਘਾਈ ਜਾਂਦਾ ਤੇ 5-6 ਅੰਦਰ ਲੰਘ ਜਾਂਦੇ ਆ। ਤੇ ਸਾਡੀ ਇਹ ਹੈ ਵੀ ਕਿਰਪਾ ਕਰਕੇ ਜਿਹੜੇ ਥੋੜਾ ਜਿਹਾ ਬਾਹਰ ਵੇਖੋ, ਅਸੀਂ ਕਰੋਨਾ ਤੋਂ ਬਚਾਅ ਕਰ ਰਹੇ ਹਾਂ, ਉਸ ਤੋਂ ਬਾਅਦ ਵੇਖੋ ਰਸ਼ ਕਿੰਨਾ, ਤੇ ਕਰੋਨਾ ਦਾ ਕਿੱਦਾਂ ਬਚਾਅ ਹੋਵੇਗਾ। ਠੀਕ ਹੈ ਹਾਂਜੀ ਤੁਸੀਂ ਜੋ ਗੱਲ ਕਰ ਰਹੇ ਹੋ ਬਿਲਕੁਲ ਠੀਕ ਕਰ ਰਹੇ ਹੋ। ਸਾਡੇ ਕੋਲ ਦੇਖੋ ਮੈਨ ਪਾਵਰ ਵੀ ਹੈਗੀ, ਹਰ ਇੱਕ ਡਾਕਟਰ ਨੂੰ 2-2 ਟ੍ਰਾਂਸਪੋਰਟ ਚਾਹੀਦੀ ਹੈ ਜਿੰਨਾ ਕੁ ਪੇਸ਼ੈਂਟ ਹੁੰਦਾ ਹੈ, ਲੇਕਿਨ ਉਹ ਡਾਕਟਰ ਜਿਹੜਾ ਇਕੱਲਾ ਹੀ ਸਿਰਫ ਪਾਉਂਦਾ ਹੈ। ਠੀਕ ਹੈ, ਅਸੀਂ ਉਧਰ ਵੀ ਫੜ ਕੇ ਸਟੂਡੈਂਟ ਲਾ ਲੈਂਦੇ ਆ, ਕੁਝ ਕਰ ਲੈਂਦੇ ਆ। ਸਾਡੇ ਕੋਲ ਜਿੰਨਾ ਸਾਡੇ ਕੋਲ ਪੇਸ਼ੈਂਟ ਫੁੱਟਫਾਲ ਹੈ ਉਹਨਾਂ ਸਾਡੇ ਕੋਲ ਮੈਨ ਪਾਵਰ ਹੀ ਨਹੀਂ ਹੈਗੀ। ਮੈਨ ਪਾਵਰ ਲੈ ਕੇ ਰਿਸਾਬ ਨੂੰ ਜਾਂ ਸਰਕਾਰ ਨੇ ਬੜੀ ਵਾਰੀ ਦਿੱਤੀ ਹੈ। ਜਿਹੜੀ ਓਪੀਡੀ ਚੱਲ ਰਹੀ ਹੈ ਇਸ ਵੇਲੇ ਸਿਰਫ ਇੱਕ ਕਲਾਸ ਹੋ ਰਿਹਾ ਸਾਡੀ ਪੂਰੀ ਓਪੀਡੀ ਦੇ ਵਿੱਚ, ਸਿਰਫ ਇੱਕ ਕਲਾਸ। ਠੀਕ ਹੈ, ਉਹ ਵਿਚਾਰਾ ਇਕੱਲਾ ਸਿਰਫ ਗਾਇਨੀ। ਮੈਨੂੰ ਮੌਕਾ ਦਿਓ, ਮੈਂ ਇਕੱਲਾ ਬੈਠੂਗਾ, ਮੈਨੂੰ 1 ਦਿਨ ਦੀ 2 ਦਿਨ ਦੀ ਸੇਵਾ ਦੇ ਦਿਓ। ਐਜ਼ ਸੇਵਾਦਾਰ ਮੈਂ ਕੰਮ ਕਰਨ ਲਈ ਤਿਆਰ ਹੋਵਾਂਗਾ। ਔਰ ਜੇ ਕੋਈ ਡਾਕਟਰ ਨੇ ਆਪਣਾ ਦਿਮਾਗ ਯੂਜ਼ ਕਰਨਾ, ਉਹਨੇ ਹਰ ਜੇ ਪ੍ਰਾਈਵੇਟ ਹਸਪਤਾਲ ਦੇ ਸੀਰੀਜ਼ ਨੰਬਰ ਲੱਗ ਸਕਦੀ ਹੈ ਤੇ ਇੱਥੇ ਕਿਉਂ ਨਹੀਂ ਲੱਗ ਸਕਦੀ? ਇੱਥੇ ਵੀ ਲੱਗ ਸਕਦੀ ਹੈ। ਜਿੱਦਾਂ ਆਪਾਂ ਪਰਚੀ ਕੱਢਦੇ ਆ, ਪਰਚੀ ਦੇ ਨੰਬਰ ਲੱਗ ਜੇ 1 2 3 4, ਉਹਦੇ ਹਿਸਾਬ ਨਾਲ ਮਰੀਜ਼ ਬੈਠ ਕੇ ਉਹਦੇ ਹਿਸਾਬ ਨਾਲ ਚੈੱਕ ਕੀਤਾ ਜਾਵੇ। ਮਰੀਜ਼ ਨੂੰ ਪਤਾ ਹੋਵੇ, ਇੱਕ ਬੰਦਾ ਕਹੇ ਕਿ ਇੰਨੇ ਤੱਕ ਜਿੱਦਾਂ ਤੁਹਾਡੇ ਲੱਗਿਆ ਇਦਾਂ ਦੇ ਬਾਹਰ ਕੋਈ ਲੱਗ ਇੰਨੇ ਤੱਕ ਖੜੇ, ਬਾਕੀ ਬੈਠੋ। ਉਹ ਬੈਠੇ ਵਿਚਾਰੇ ਬੈਠੇ ਹੀ ਨੇ, ਜਿਹੜੇ ਖੜੇ ਨੇ ਉਹ ਆਂਦੇ ਵੀ ਅਸੀਂ 7 ਵਜੇ ਖੜੇ ਨੇ। ਮੈਡਮ ਨਾਲ ਲੱਗ ਥੋੜਾ ਮਨ ਆਓ ਜਰਾ ਪਲੀਜ਼, ਦੇਖੋ ਸਹੀ ਮਾਹੌਲ ਆ ਕੇ। ਮੈਂ ਦੇਖ ਰਹੀ ਹਾਂ, ਇੱਥੇ ਦੇਖ ਰਹੀ ਹਾਂ ਉਹ ਲੱਗ ਜਾਂਦੇ ਇਹਨਾਂ ਨੂੰ ਇੱਥੇ ਲੱਗੇ। ਔਰ ਗਿਆਨੀ ਵਾਲੀ ਵਾਰਡ 'ਚ ਵੇਖੋ ਮੈਡਮ ਜਿਹੜੇ ਡਾਕਟਰ ਬੈਠੇ ਕਿੰਨਾ ਇਹ ਸਾਡੇ ਜਿਹੜੇ ਮੈਂ ਟਿਕਟੂ ਆ ਜਾਂਦੀ ਹੈ, ਇਹਨਾਂ ਨੂੰ ਅੱਜ 5-6 ਦਿਨ ਤੋਂ ਇਹ ਪਰੇਸ਼ਾਨ ਹੋ ਰਹੇ ਨੇ। ਹਾਂ, ਹੋ ਗਿਆ ਤੁਹਾਡਾ ਆਪਰੇਸ਼ਨ ਹੋ ਗਿਆ? ਤੁਹਾਡੇ ਰਸ਼ ਬੜਾ ਪਿਆ ਹੋਇਆ। ਨਾਕੇ ਤੋਂ ਇਹ ਹਾਂਜੀ।